ਪਿਆਰੀ ਸਾਧ ਸੰਗਤ ਜੀ, ਬੀਬੀ ਬਸੰਤ ਲਤਾ ਦੀ ਸਾਖੀ ਸੁਣ ਕੇ ਤੁਹਾਡਾ ਰੱਬ ਉੱਤੇ ਵਿਸ਼ਵਾਸ ਹੋ ਜਾਵੇਗਾ। ਬੀਬੀ ਬਸੰਤ ਲਤਾ ਇੱਕ ਮੁਟਿਆਰ ਖੱਤਰੀਆਂ ਦੀ ਲੜਕੀ ਸੀ। ਉਸਦੇ ਮਾਂ-ਬਾਪ ਗੁਰੂ ਘਰ ਦੇ ਸ਼ਰਧਾਲੂ ਸਨ। ਆਪਣੀ ਆਮਦਨੀ ਦਾ ਬਹੁਤ ਵੱਡਾ ਹਿੱਸਾ ਉਹ ਗੁਰੂ ਘਰ ਨੂੰ ਅਰਪਣ ਕਰਦੇ ਸਨ। ਬਸੰਤ ਲਤਾ ਉਹਨਾਂ ਦੀ ਤੀਸਰੀ ਲੜਕੀ ਸੀ। ਇਹ ਬਚਪਨ ਤੋਂ ਗੁਰੂ ਘਰ ਆਇਆ ਕਰਦੀ ਸੀ। ਲੰਗਰ ਤੇ ਦੀਵਾਨ ਵਿੱਚ ਸੇਵਾ ਕਰਿਆ ਕਰਦੀ ਸੀ। ਕੁਦਰਤ ਨੇ ਜਿੱਥੇ ਉਸ ਨੂੰ ਪਵਿੱਤਰ ਦਿਲ ਦਿੱਤਾ, ਉੱਥੇ ਸਰੀਰ ਵੀ ਸੁੰਦਰ ਬਖਸ਼ਿਆ। ਸਵੇਰੇ ਜਲਦੀ ਉੱਠ ਕੇ ਇਸ਼ਨਾਨ ਕਰਕੇ ਨਿਤਨੇਮ ਕਰਦੀ। ਨਿਤਨੇਮ ਕਰਨ ਪਿੱਛੋਂ ਦੀਵਾਨ ਵਿੱਚ ਆ ਕੇ ਕਥਾ ਕੀਰਤਨ ਸਰਵਣ ਕਰਦੀ। ਬਾਕੀ ਸਮਾਂ ਸੇਵਾ ਵਿੱਚ ਬਤੀਤ ਕਰਦੀ। ਬਸੰਤ ਲਤਾ ਦੀ ਉਮਰ 16 ਸਾਲ ਦੀ ਹੋ ਗਈ। ਉਹ ਵਿਆਹੁਣਯੋਗ ਮੁਟਿਆਰ ਹੋਈ ਦੇਖ ਕੇ ਮਾਂ-ਬਾਪ ਨੇ ਉਸ ਦਾ ਵਿਆਹ ਕਰਨ ਦੀ ਸਲਾਹ ਕੀਤੀ। ਸਤਿਗੁਰੂ ਕੋਲੋਂ ਵੀ ਪੁੱਛਿਆ। ਉਹਨਾਂ ਨੇ ਵੀ ਆਖ ਦਿੱਤਾ, ਬਸੰਤ ਲਤਾ ਦਾ ਵਿਆਹ ਕਰ ਦੇਣਾ ਚਾਹੀਦਾ ਹੈ। ਪਰ ਜਦੋਂ ਬਸੰਤ ਲਤਾ ਨੂੰ ਪਤਾ ਲੱਗਾ ਤਾਂ ਉਸਨੇ ਸ਼ੋਰ ਮਚਾਉਣਾ ਸ਼ੁਰੂ ਕਰ ਦਿੱਤਾ ਕਿ ਉਹ ਵਿਆਹ ਨਹੀਂ ਕਰਾਵੇਗੀ। ਉਹ ਕੁਆਰੀ ਰਹੇਗੀ, ਗੁਰੂ ਘਰ ਦੀ ਸੇਵਾ ਕਰੇਗੀ। ਉਹ ਸੱਚੇ ਸਤਿਗੁਰੂ ਜੀ ਦੀ ਚੇਲੀ ਹੈ, ਗੁਰੂ ਜੀ ਦੀ ਸੇਵਾ ਕਰੇਗੀ। ਉਸਨੇ ਇਹ ਵੀ ਆਖ ਦਿੱਤਾ ਕਿ ਜੇ ਉਸ ਦਾ ਵਿਆਹ ਮੱਲੋ ਮੱਲੀ ਕੀਤਾ ਗਿਆ ਤਾਂ ਆਤਮ ਹੱਤਿਆ ਕਰ ਲਵੇਗੀ। ਉਸ ਦੇ ਵਿਚਾਰ ਪਵਿੱਤਰ ਸਨ। ਉਸ ਦੀ ਦਿਲੀ ਇੱਛਾ ਸੀ ਕਿ ਉਹ ਮਾਤਾ ਸਾਹਿਬ ਕੌਰ ਜੀ ਦੀ ਹਾਜ਼ਰੀ ਵਿੱਚ ਰਹੇ ਤੇ ਸੇਵਾ ਕਰਕੇ ਜਨਮ ਸਫਲ ਕਰੇ। ਬਸੰਤ ਲਤਾ ਨੇ ਜਦੋਂ ਦੇਖਿਆ ਕਿ ਉਸ ਦੇ ਮਾਪੇ ਉਸ ਦੀ ਮਰਜ਼ੀ ਵਿਰੁੱਧ ਡਟ ਗਏ ਹਨ ਤਾਂ ਉਹ ਨੱਠ ਕੇ ਮਾਤਾ ਸਾਹਿਬ ਕੌਰ ਜੀ ਦੇ ਕੋਲ ਚਲੀ ਗਈ। ਜਾ ਕੇ ਚਰਨ ਫੜੇ, ਰੋ ਰੋ ਕੇ ਆਖਿਆ, ਮਾਤਾ ਜੀ, ਮੈਂ ਆਪ ਜੀ ਦੀ ਸੇਵਾ ਕਰਾਂਗੀ। ਦਾਸੀ ਬਣ ਕੇ ਸਾਰਾ ਜੀਵਨ ਬਤੀਤ ਕਰਨਾ ਚਾਹੁੰਦੀ ਹਾਂ। ਮੇਰੀ ਸ਼ਾਦੀ ਰੋਕੋ। ਮੈਂ ਸੰਸਾਰਕ ਝਮੇਲਿਆਂ ਵਿੱਚ ਫਸਣਾ ਨਹੀਂ ਚਾਹੁੰਦੀ। ਬਸੰਤ ਲਤਾ ਨੇ ਰੋਣੇ ਨੂੰ ਸੁਣ ਕੇ ਮਾਤਾ ਜੀ ਨੂੰ ਤਰਸ ਆ ਗਿਆ। ਉਹਨਾਂ ਨੇ ਧੀਰਜ ਦਿੱਤਾ ਕਿ ਉਹ ਉਸ ਦੀ ਸ਼ਾਦੀ ਨੂੰ ਰੋਕਣਗੇ। ਆਖਰ ਮਾਤਾ ਜੀ ਨੇ ਸ਼ਾਦੀ ਰੋਕ ਦਿੱਤੀ ਤੇ ਬਸੰਤ ਲਤਾ ਨੂੰ ਆਪਣੇ ਕੋਲ ਰੱਖ ਲਿਆ। ਬਸੰਤ ਲਤਾ ਮਾਤਾ ਸਾਹਿਬ ਕੌਰ ਜੀ ਦੀ ਸੇਵਾ ਕਰਨ ਲੱਗੀ। ਸੇਵਾ ਕਰਦਿਆਂ ਹੋਇਆਂ ਕੁਝ ਸਾਲ ਬੀਤ ਗਏ। ਰਾਤ ਦੇ 10 ਵਜੇ ਤੋਂ 3 ਵਜੇ ਤੱਕ ਸਿਰਫ 5 ਘੰਟੇ ਆਰਾਮ ਕਰਦੀ। ਬਾਕੀ ਦੇ 19 ਘੰਟੇ ਭਗਤੀ ਤੇ ਗੁਰੂ ਘਰ ਦੀ ਸੇਵਾ ਵਿੱਚ ਬਤੀਤ ਕਰਦੀ। ਜਿਸ ਸਮੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਜੀ ਦੇ ਕਿਲੇ ਨੂੰ ਛੱਡਿਆ, ਉਸ ਸਮੇਂ ਬੀਬੀ ਬਸੰਤ ਲਤਾ ਵੀ ਗੁਰੂ ਜੀ ਦੇ ਨਾਲ ਸੀ। ਗੁਰੂ ਘਰ ਉੱਤੋਂ ਜਵਾਨੀ ਵਾਰਨ ਵਾਲੀ ਬਸੰਤ ਲਤਾ ਨੇ ਮਾਤਾ ਸਾਹਿਬ ਕੌਰ ਜੀ ਦਾ ਸਾਥ ਨਾ ਛੱਡਿਆ। ਅਨੰਦਪੁਰ ਛੱਡਣ ਵੇਲੇ ਨਾਲ ਹੀ ਤੁਰੀ। ਮਾਤਾ ਜੀ ਨੇ ਬਹੁਤ ਜ਼ੋਰ ਲਾਇਆ ਕਿ ਉਹ ਪਾਲਕੀ ਵਿੱਚ ਬੈਠ ਜਾਵੇ, ਪਰ ਬਸੰਤ ਲਤਾ ਨਾ ਮੰਨੀ। ਉਹ ਇਹ ਆਖਦੀ ਰਹੀ, ਮਾਤਾ ਜੀ, ਇਹ ਨਹੀਂ ਹੋ ਸਕਦਾ ਕਿ ਮੈਂ ਆਪ ਦੇ ਬਰਾਬਰ ਬੈਠਾਂ। ਆਪ ਪੂਜਨੀਕ ਮਾਤਾ ਜੀ, ਮੈਂ ਮਾਮੂਲੀ ਸੇਵਕਾ। ਬਰਾਬਰ ਬੈਠ ਕੇ ਪਾਪ ਦੀ ਭਾਗੀ ਬਣਾ, ਇਹ ਨਹੀਂ ਹੋ ਸਕਦਾ। ਮੈਂ ਪੈਦਲ ਚੱਲਾਂਗੀ। ਮੈਂ ਆਪ ਜੀ ਦੀ ਸੇਵਕ ਹਾਂ, ਦਾਸੀ ਹਾਂ। ਜਦੋਂ ਸਰਸਾ ਨਦੀ ਦੇ ਕਿਨਾਰੇ ਜਦੋਂ ਗੁਰੂ ਜੀ ਦਾ ਪਰਿਵਾਰ ਗੁਰੂ ਜੀ ਨਾਲੋਂ ਵਿਛੜ ਗਿਆ ਤਾਂ ਬਸੰਤ ਲਤਾ ਵੀ ਗੁਰੂ ਜੀ ਨਾਲੋਂ ਵਿਛੜ ਗਈ। ਬਸੰਤ ਲਤਾ ਨੇ ਦੁਸ਼ਮਣ ਸੈਨਾ ਨਾਲ ਲੜਨ ਦਾ ਯਤਨ ਕੀਤਾ, ਪਰ ਉਹ ਬਹੁਤ ਸਨ। ਬਸੰਤ ਲਤਾ ਦੀ ਕੋਈ ਪੇਸ਼ ਨਾ ਗਈ। ਮੁਗਲ ਸਿਪਾਹੀ ਉਸ ਨੂੰ ਖਿੱਚ ਕੇ ਇੱਕ ਪਾਸੇ ਲੈ ਗਏ। ਉਹਨਾਂ ਨੇ ਸਮਝਿਆ ਇਹ ਮੁਟਿਆਰ ਕੋਈ ਮਾਮੂਲੀ ਇਸਤਰੀ ਨਹੀਂ, ਸਗੋਂ ਗੁਰੂ ਦੇ ਮਹਿਲਾਂ ਵਿੱਚੋਂ ਹੈ। ਬੁਰੀ ਨੀਤ ਨਾਲ ਪਾਪੀ ਧੂ ਕੇ ਆਪਣੇ ਹਾਕਮ ਖਾਨ ਸਮੁੰਦ ਖਾਨ ਕੋਲ ਲੈ ਗਏ। ਖਾਨ ਸਮੁੰਦ ਖਾਨ ਬਹੁਤ ਨਿਰਦਈ ਤੇ ਕਾਮੀ ਪੁਰਸ਼ ਸੀ। ਸਮੁੰਦ ਖਾਨ ਇੱਕ ਪਹਾੜੀ ਰਿਆਸਤ ਦਾ ਨਵਾਬ ਸੀ। ਉਹ ਬਦਚਲਨ ਤੇ ਮਗਰੂਰ ਮਰਦ ਸੀ। ਉਸਨੇ ਜਦੋਂ ਲਤਾ ਦੀ ਸੂਰਤ ਦੇਖੀ ਤਾਂ ਬਸੰਤ ਲਤਾ ਨੂੰ ਆਪਣੇ ਕਿਲੇ ਵੱਲ ਲੈ ਗਿਆ। ਕਿਲੇ ਵਿੱਚ ਪਹੁੰਚ ਕੇ ਉਸਨੇ ਬਸੰਤ ਲਤਾ ਉੱਤੇ ਡੋਰੇ ਸੁੱਟਣੇ ਸ਼ੁਰੂ ਕਰ ਦਿੱਤੇ। ਉਸਨੇ ਪਹਿਲਾਂ ਬਸੰਤ ਲਤਾ ਨੂੰ ਲਾਲਚ ਦਿੱਤਾ ਕਿ ਉਹ ਉਸ ਦਾ ਬਹੁਤ ਸਤਿਕਾਰ ਕਰੇਗਾ, ਮੁਖੀ ਬੇਗਮ ਸਮਝੇਗਾ। ਉਹ ਆਪਣਾ ਪਿਆਰ ਨਵਾਬ ਨੂੰ ਬਖਸ਼ੇ, ਖੁਸ਼ੀ ਖੁਸ਼ੀ ਉਸ ਨੂੰ ਅਪਣਾਵੇ। ਪਰ ਬਸੰਤ ਲਤਾ ਨੇ
ਇੱਕ ਸੱਚੀ ਗੱਲ ਆਖ ਦਿੱਤੀ। ਬਸੰਤ ਲਤਾ ਨੂੰ ਭਾਵੇਂ ਭੁੱਖਿਆ ਮਾਰ ਸੁੱਟੋ, ਪਰ ਬਸੰਤ ਲਤਾ ਕਿਸੇ ਮਰਦ ਨੂੰ ਪਤੀ ਨਹੀਂ ਮੰਨੇਗੀ, ਕਿਉਂਕਿ ਸਤਿਗੁਰੂ ਜੀ ਦੇ ਹਜ਼ੂਰ ਪ੍ਰਣ ਕਰ ਚੁੱਕੀ ਹਾਂ ਕਿ ਮੈਂ ਅਨਵਿਆਹੀ ਤੇ ਪਵਿੱਤਰ ਰਹਿਣਾ ਹੈ। ਜਗਤ ਦੇ ਐਸ਼ ਨਹੀਂ ਪਾਉਂਦੇ, ਵਾਹਿਗੁਰੂ ਸਿਮਰਨ ਵਿੱਚ ਜੀਵਨ ਬਤੀਤ ਕਰਨਾ ਹੈ। ਮੈਂ ਪ੍ਰਣ ਕੀਤਾ ਸੀ ਮਾਤਾ ਸਾਹਿਬ ਕੌਰ ਜੀ ਦੀ ਸੇਵਾ ਕਰਾਂਗੀ, ਪਰ ਉਹਨਾਂ ਦਾ ਕੁਝ ਪਤਾ ਨਹੀਂ ਉਹ ਕਿੱਧਰ ਗਏ, ਜੀਵਨ ਵਿੱਚ ਸ਼ਾਇਦ ਮਿਲਣ ਜਾਂ ਨਹੀਂ। ਸਮੁੰਦ ਖਾਂ ਇਹ ਸੁਣ ਕੇ ਤੜਫ ਉੱਠਿਆ ਕਿ ਤੂੰ ਗੁਰੂ ਗੋਬਿੰਦ ਸਿੰਘ ਜੀ ਦੇ ਘਰੋਂ ਨਹੀਂ। ਬਸੰਤ ਲਤਾ ਨੇ ਕਿਹਾ, ਨਹੀਂ, ਮੈਂ ਗੁਰੂ ਜੀ ਦੀ ਇੱਕ ਦਾਸੀ ਹਾਂ। ਸਮੁੰਦ ਖਾਂ ਨੇ ਕਿਹਾ ਕਿ ਤੂੰ ਸੱਚਮੁੱਚ ਕੁਵਾਰੀ ਹੈ, ਕਿਸੇ ਮਰਦ ਨਾਲ ਤੇਰਾ ਮੇਲ ਨਹੀਂ ਹੋਇਆ। ਬਸੰਤ ਲਤਾ ਨੇ ਕਿਹਾ, ਨਹੀਂ, ਨਾ ਹੋਵੇਗਾ। ਜੇ ਮੇਰਾ ਗੁਰੂ ਤੇ ਭਰੋਸਾ ਪੱਕਾ ਹੈ ਤਾਂ ਕਿਸੇ ਮਰਦ ਦਾ ਸੁਪਨਾ ਸੱਚਾ ਨਹੀਂ ਹੋ ਸਕਦਾ। ਸਮੁੰਦ ਖਾਂ ਨੇ ਕਿਹਾ, ਤੈਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੂੰ ਇੱਕ ਮੁਗਲ ਹਾਕਮ ਦੇ ਕਿਲੇ ਵਿੱਚ ਬੰਦ ਹੈ। ਇੱਥੇ ਤੇਰੇ ਵਰਗੀ ਦਾ ਧਰਮ ਨਹੀਂ ਰਹਿ ਸਕਦਾ। ਬਹੁਤ ਹੱਠ ਵਾਲਿਆਂ ਦੇ ਦਿਲ ਮੋਮ ਵਾਂਗ ਪਿਘਲ ਗਏ, ਇੱਥੋਂ ਜਿਉਂਦੀਆਂ ਬਾਹਰ ਨਹੀਂ ਗਈਆਂ। ਬਸੰਤ ਲਤਾ ਨੇ ਕਿਹਾ, ਇਹ ਪਿਛਲੀ ਗੱਲ ਠੀਕ ਹੈ, ਮੈਂ ਵੀ ਜਿੰਦੇ ਜੀ ਇਸ ਕਿਲੇ ਵਿੱਚੋਂ ਨਹੀਂ ਨਿਕਲਦੀ, ਪਰ ਮੈਂ ਆਖਦੀ ਹਾਂ ਕਿ ਮੈਂ ਇੱਕ ਸਿੱਖ ਦੀ ਪੁੱਤਰੀ ਹਾਂ। ਧਰਮ ਬਦਲੇ ਮਰਾਂਗੀ, ਧਰਮ ਨਹੀਂ ਵੇਚਾਂਗੀ। ਸਮੁੰਦ ਖਾਂ ਨੇ ਕਿਹਾ, ਹੱਠ ਨਾ ਕਰ, ਦੁਨੀਆ ਦੇ ਸੁੱਖ ਭੋਗ, ਤੇਰਾ ਗੁਰੂ ਆਪ ਨਹੀਂ ਰਿਹਾ, ਤੇਰੀ ਕੀ ਰੱਖਿਆ ਕਰ ਸਕਦਾ ਹੈ। ਆਨੰਦਪੁਰ ਤੇ ਮੁਗਲ ਸੈਨਾ ਨੇ ਕਬਜ਼ਾ ਕਰ ਲਿਆ ਹੈ। ਸਿੱਖ ਕਿਤੇ ਕੋਈ ਨਜ਼ਰ ਨਹੀਂ ਆਉਂਦਾ, ਨਾ ਤੈਨੂੰ ਕੋਈ ਬਚਾਣ ਸਕਦਾ ਹੈ। ਜਿੱਦ ਨਾ ਕਰ, ਮੇਰੇ ਆਖੇ ਲੱਗ। ਬਸੰਤ ਲਤਾ ਨੇ ਕਿਹਾ, ਦੇਖੋ, ਮੈਂ ਆਖਦੀ ਹਾਂ ਮੈਨੂੰ ਮਾਰ ਸੁੱਟੋ, ਪਰ ਇਹ ਗੱਲ ਨਾ ਆਖੋ। ਚੰਗਾ ਹੈ, ਮੇਰੀ ਜਾਨ ਬਖਸ਼ੀ ਕਰੋ, ਖੁਦਾ ਤੁਹਾਡਾ ਭਲਾ ਕਰੇਗਾ। ਜੇ ਨਹੀਂ ਕਰ ਸਕਦੇ ਤਾਂ ਕਿਸੇ ਖੱਡ ਵਿੱਚ ਸੁੱਟ ਦਿਓ। ਸਮੁੰਦ ਖਾਂ ਨੇ ਸੋਚਿਆ ਕਿ ਬਸੰਤ ਲਤਾ ਇੱਕ ਮੁਟਿਆਰ ਹੈ, ਜੇ ਭੁੱਖੀ ਰੱਖ ਕੇ ਕਮਜ਼ੋਰ ਕੀਤੀ ਜਾਵੇ ਤਾਂ ਜ਼ਰੂਰ ਉਹ ਸਾਰੀਆਂ ਸ਼ਰਤਾਂ ਮੰਨ ਜਾਵੇਗੀ। ਉਸਨੇ ਕਿਲੇ ਦੇ ਬੰਦੀਖਾਨੇ ਵਿੱਚ ਬਸੰਤ ਲਤਾ ਨੂੰ ਕੈਦ ਕਰ ਦਿੱਤਾ। ਪੁਰਾਣੇ ਬੰਦੀਖਾਨੇ ਪਾਪੀ ਦੀ ਕਬਰ ਨਾਲੋਂ ਵੀ ਹਨੇਰੇ ਤੇ ਡਰਾਵਣੇ ਹੁੰਦੇ ਸਨ। ਜਿਸ ਬੰਦੀਖਾਨੇ ਵਿੱਚ ਬਸੰਤ ਲਤਾ ਨੂੰ ਸੁੱਟਿਆ ਗਿਆ, ਉਹ ਬੰਦੀਖਾਨਾ ਸੱਚਮੁੱਚ ਨਰਕ ਦਾ ਦੂਸਰਾ ਰੂਪ ਸੀ। ਸਲਾਬ, ਹਨੇਰਾ, ਚੂਹੇ ਤੇ ਕੀੜੇ ਮਕੌੜੇ ਅਨੇਕਾਂ ਸਨ। ਇੱਕ ਪੱਥਰ ਦਾ ਥੜਾ ਸੀ ਜਿਸ ਉੱਤੇ ਕੈਦੀ ਬੈਠ ਸਕਦਾ ਸੀ। ਬਸੰਤ ਲਤਾ ਉੱਥੇ ਬੈਠ ਗਈ, ਦੋਵੇਂ ਹੱਥ ਜੋੜ ਕੇ ਸਤਿਗੁਰੂ ਜੀ ਦੇ ਚਰਨਾਂ ਦਾ ਧਿਆਨ ਕੀਤਾ। ਉਹ ਅਰਦਾਸ ਬੇਨਤੀ ਕਰਨ ਲੱਗੀ, ਹੇ ਸੱਚੇ ਪਾਤਸ਼ਾਹ, ਦਿਆਲੂ ਪਿਤਾ, ਮੈਂ ਦਾਸੀ ਨੂੰ ਤੇਰਾ ਹੀ ਆਸਰਾ ਹੈ। ਮੈਂ ਅਣਜਾਣ ਪੁੱਤਰੀ ਨੇ ਭੋਲੇਪਨ ਵਿੱਚ ਪ੍ਰਣ ਕਰ ਲਿਆ ਸੀ ਕਿ ਤੇਰੇ ਚਰਨਾਂ ਵਿੱਚ ਜੀਵਨ ਬਤੀਤ ਕਰੇਗੀ, ਮਾਤਾ ਜੀ ਦੀ ਸੇਵਾ ਕਰਦੀ ਰਹੇਗੀ, ਗੁਰੂ ਘਰ ਦੇ ਜੁੱਠੇ ਭਾਂਡੇ ਮਾਂਜ ਕੇ, ਸੰਗਤਾਂ ਦੇ ਜੋੜੇ ਝਾੜ ਕੇ ਜਨਮ ਸਫਲ ਕਰੇਗੀ। ਹੇ ਦਾਤਾ, ਤੇਰੀ ਖੇਡ ਦਾ ਤੈਨੂੰ ਹੀ ਪਤਾ ਹੈ। ਮੈਂ ਅਣਜਾਣ ਤਾਂ ਕੁਝ ਨਹੀਂ ਜਾਣਦੀ ਕਿ ਕੀ ਭਾਣਾ ਵਰਤਾ ਦਿੱਤਾ। ਸਾਰੇ ਵਿਛੜ ਗਏ, ਤੁਸੀਂ ਵੀ ਦੂਰ ਚਲੇ ਗਏ। ਮੈਂ ਬੰਦੀਖਾਨੇ ਵਿੱਚ ਹਾਂ। ਮੇਰਾ ਰੂਪ ਤੇ ਜਵਾਨੀ ਮੇਰੇ ਦੁਸ਼ਮਣ ਬਣ ਗਏ ਹਨ। ਹੇ ਦਾਤਾ, ਦਇਆ ਕਰੋ, ਮਿਹਰ ਕਰ, ਦਾਸੀ ਨੂੰ ਬਚਾਵੋ, ਦਾਸੀ ਦੀ ਪਵਿੱਤਰਤਾ ਨੂੰ ਬਚਾਵੋ। ਜੇ ਮੇਰਾ ਧਰਮ ਚਲਿਆ ਗਿਆ ਤਾਂ ਮੈਂ ਨਰਕ ਗਈ ਤਾਂ ਨਰਕਾਂ ਵਿੱਚ ਵਾਸਾ ਹੋਵੇਗਾ। ਮੈਨੂੰ ਦੁਸ਼ਟ ਦੇ ਪੰਜੇ ਵਿੱਚੋਂ ਬਚਾਵੋ। ਗੁਰੂ ਚਰਨਾਂ ਦਾ ਧਿਆਨ ਧਰ ਕੇ ਇਉਂ ਬਸੰਤ ਲਤਾ ਬੇਨਤੀਆਂ ਕਰਦੀ ਰਹੀ। ਅਜੇ ਉਸਦੀ ਅਰਦਾਸ ਬੇਨਤੀ ਮੁੱਕੀ ਨਹੀਂ ਸੀ ਕਿ ਬੰਦੀਖਾਨੇ ਵਿੱਚ ਦੀਵੇ ਦਾ ਚਾਨਣ ਹੋਇਆ। ਚਾਨਣ ਨੂੰ ਦੇਖ ਕੇ ਉਸਨੇ ਪਿੱਛੇ ਮੁੜ ਕੇ ਦੇਖਿਆ ਤਾਂ ਇੱਕ ਅਧਖੜ ਉਮਰ ਦੀ ਇਸਤਰੀ ਬੰਦੀਖਾਨੇ ਦੇ ਬੂਹੇ ਵਿੱਚ ਖਲੋਤੀ ਸੀ। ਕੋਈ ਖਤਰਾ ਅਨੁਭਵ ਕਰਕੇ ਬਸੰਤ ਲਤਾ ਹੁਸ਼ਿਆਰ ਹੋ ਕੇ ਉੱਠ ਕੇ ਖਲੋ ਗਈ। ਆਉਣ ਵਾਲੀ ਇਸਤਰੀ ਨੇ ਅੱਗੇ ਹੋ ਕੇ ਬੜੇ ਪਿਆਰ ਨਾਲ ਕਿਹਾ, ਬੇਟੀ, ਮੈਂ ਹਿੰਦਨੀ ਹਾਂ, ਤੇਰੇ ਵਾਸਤੇ ਰੋਟੀ ਪਕਾ ਕੇ ਲਿਆਈ ਹਾਂ। ਨਵਾਬ ਦੇ ਹੁਕਮ ਨਾਲ ਪਕਾਈ ਹੈ, ਰੋਟੀ ਖਾ ਲੈ, ਬਹੁਤ ਪਵਿੱਤਰ ਹੈ। ਬਸੰਤ ਲਤਾ ਨੇ ਕਿਹਾ, ਮੈਨੂੰ ਤਾਂ ਭੁੱਖ ਨਹੀਂ। ਉਹ ਇਸਤਰੀ ਨੇ ਕਿਹਾ, ਬੇਟੀ, ਪੇਟ ਨਾਲ ਦੁਸ਼ਮਣੀ ਨਹੀਂ ਕਰਨੀ ਚਾਹੀਦੀ। ਜੇ ਸਿਰ ਤੇ ਮੁਸੀਬਤ ਪਈ ਹੈ ਤਾਂ ਕੀ ਡਰ, ਪਰਮਾਤਮਾ ਮੁਸੀਬਤ ਨੂੰ ਟਾਲ ਦੇਵੇਗਾ। ਜੇ ਮੁਸੀਬਤ ਦਾ ਟਾਕਰਾ ਕਰਨਾ ਹੀ ਪਵੇ ਤਾਂ ਤੰਦਰੁਸਤ ਸਰੀਰ ਹੀ ਕਰ ਸਕਦਾ ਹੈ। ਰੋਟੀ ਜੀਵ ਨੂੰ ਤੰਦਰੁਸਤ ਰੱਖਦੀ ਹੈ।
ਜੋ ਭਾਗ ਵਿੱਚ ਲਿਖਿਆ ਹੈ ਸੋ ਕਰਨਾ ਤੇ ਖਾਣਾ ਪੈਣਾ ਹੈ। ਤੂੰ ਤਾਂ ਸੁੱਘੜ ਇਸਤਰੀ ਜਾਪਦੀ ਹੈ। ਸੁਣਿਆ ਹੈ ਗੁਰੂ ਘਰ ਬਹੁਤ ਚਿਰ ਰਹੀ ਹੈ, ਪ੍ਰਸ਼ਾਦ ਛਕ ਲੈ। ਬਸੰਤ ਲਤਾ ਨੇ ਕਿਹਾ, ਰੋਟੀ ਨਾਲੋਂ ਮੈਨੂੰ ਬੰਦੀਖਾਨੇ ਵਿੱਚੋਂ ਕੱਢ ਦੇਵੇ ਤਾਂ ਚੰਗਾ ਹੈ। ਇਸਤਰੀ ਨੇ ਕਿਹਾ, ਇਹ ਮੇਰੇ ਵੱਸ ਦੀ ਗੱਲ ਨਹੀਂ। ਖਾਨ ਸਾਹਿਬ ਦੇ ਹੁਕਮ ਤੋਂ ਬਿਨਾਂ ਇਸ ਕਿਲੇ ਵਿੱਚ ਪੱਤਾ ਨਹੀਂ ਹਿੱਲ ਸਕਦਾ। ਹਾਂ, ਖਾਨ ਸਾਹਿਬ ਦਿਲ ਦੇ ਐਨੇ ਭੈੜੇ ਨਹੀਂ, ਜਵਾਨ ਹੋਣ ਕਰਕੇ ਜਿੱਦ ਕਰਦੇ ਹਨ। ਕੱਲ ਪਰਸੋਂ ਨੂੰ ਤੈਨੂੰ ਬੰਦੀਖਾਨੇ ਵਿੱਚੋਂ ਕੱਢ ਦੇਣਗੇ। ਉਹ ਸਗੋਂ ਆਪ ਇਸ ਗੱਲ ਨੂੰ ਮਹਿਸੂਸ ਕਰ ਰਹੇ ਹਨ। ਹਾਂ, ਹੋਰ ਗੱਲਾਂ ਫੇਰ ਕਰਾਂਗੀ, ਪਹਿਲਾਂ ਰੋਟੀ ਖਾ ਲੈ। ਬਸੰਤ ਲਤਾ ਨੇ ਕਿਹਾ, ਮੈਨੂੰ ਕੀ ਸਬੂਤ ਹੈ ਕਿ ਤੂੰ ਹਿੰਦਨੀ ਹੈ? ਇਸਤਰੀ ਨੇ ਕਿਹਾ, ਰਾਮ ਰਾਮ, ਮੈਂ ਝੂਠ ਨਹੀਂ ਬੋਲਦੀ ਹਾਂ। ਮੇਰਾ ਪੁੱਤਰ ਖਾਨ ਸਾਹਿਬ ਕੋਲ ਨੌਕਰ ਹੈ। ਅਸੀਂ ਹਿੰਦੂ ਹਾਂ। ਖਾਨ ਸਾਹਿਬ ਹਿੰਦੂਆਂ ਨਾਲ ਮਾੜਾ ਸਲੂਕ ਨਹੀਂ ਕਰਦੇ। ਬਸੰਤ ਲਤਾ ਨੇ ਕਿਹਾ, ਪਰ ਮੈਨੂੰ ਤਾਂ ਕੈਦ ਕਰ ਛੱਡਿਆ ਹੈ। ਇਸਤਰੀ ਨੇ ਕਿਹਾ, ਮੈਂ ਕੀ ਦੱਸਾਂ, ਮਨ ਦੇ ਚੰਚਲ ਹਨ, ਤੇਰੇ ਰੂਪ ਉੱਤੇ ਡੁੱਲ ਗਏ ਹਨ। ਉਹ ਐਸੇ ਮਸਤ ਹੋਏ ਨੇ ਕਿ ਉਹਨਾਂ ਨੂੰ ਖਾਣਾ ਪੀਣਾ ਭੁੱਲਿਆ ਹੈ। ਉਹਦੇ ਵੱਸ ਦੀ ਗੱਲ ਨਹੀਂ। ਪਰਮਾਤਮਾ ਨੇ ਤੈਨੂੰ ਰੂਪ ਤੇ ਜਵਾਨੀ ਵੀ ਬੇਅੰਤ ਬਖਸ਼ੀ ਹੈ। ਉਹ ਤੇਰੇ ਨਾਲ ਧੱਕਾ ਨਹੀਂ ਕਰਨਗੇ। ਮੈਂ ਸਮਝਾਵਾਂਗੀ, ਮੇਰੀ ਉਹ ਮੰਨਦੇ ਹਨ। ਬਸੰਤ ਲਤਾ 2 ਦਿਨ ਦੀ ਭੁੱਖੀ ਸੀ, ਭੁੱਖ ਨਾਲ ਵਿਆਕੁਲ ਹੋ ਰਹੀ ਸੀ। ਉਸਨੇ ਇਸਤਰੀ ਕੋਲੋਂ ਰੋਟੀਆਂ ਫੜ ਕੇ ਖਾ ਲਈਆਂ। ਰੋਟੀ ਖਵਾ ਕੇ ਇਸਤਰੀ ਚਲੀ ਗਈ। ਜਾਂਦੀ ਹੋਈ ਉਹ ਆਪਣਾ ਨਾਮ ਚੰਦਰ ਪ੍ਰਭਾ ਦੱਸ ਗਈ। ਚੰਦਰ ਪ੍ਰਭਾ ਨੂੰ ਗਿਆ ਕੋਈ 2 ਘੰਟੇ ਹੋਏ ਹੋਣਗੇ ਕਿ ਸਮੁੰਦ ਖਾਨ ਬੰਦੀਖਾਨੇ ਵਿੱਚ ਆਇਆ। ਉਹ ਖੁਸ਼ ਸੀ। ਆਮਦਿਆਂ ਹੀ ਉਸਨੇ ਬਸੰਤ ਲਤਾ ਨੂੰ ਆਖਿਆ, ਮੈਨੂੰ ਅਫਸੋਸ ਹੈ ਕਿ ਤੈਨੂੰ ਬੰਦੀਖਾਨੇ ਵਿੱਚ ਰੱਖਣ ਦੀ ਲੋੜ ਪਈ। ਮੈਂ ਪੁੱਛਣ ਵਾਸਤੇ ਆਇਆ ਹਾਂ ਕਿ ਦੱਸੋ ਮੇਰੇ ਵਿੱਚ ਕੀ ਐਬ ਹੈ। ਤੁਸੀਂ ਮੇਰੇ ਨਾਲ ਪਿਆਰ ਨਹੀਂ ਕਰਦੇ। ਗੁਰੂ ਤੇ ਗੁਰੂ ਦਾ ਪਰਿਵਾਰ ਨਹੀਂ ਰਿਹਾ। ਨਾ ਉਹਨਾਂ ਨੂੰ ਤੂੰ ਜਿੰਦੇ ਜੀ ਮਿਲ ਸਕਦੀ ਹੈ। ਅਜੇ ਅੱਲੜ ਜਵਾਨੀ ਤੇਰੇ ਕੋਲ ਹੈ। ਇਹੋ ਦਿਨ ਹਨ। ਬੀਬੀ ਬਸੰਤ ਲਤਾ ਨੇ ਕਿਹਾ, ਮੈਂ ਇੱਕ ਵਾਰ ਨਹੀਂ 100 ਵਾਰ ਆਖ ਚੁੱਕੀ ਹਾਂ ਕਿ ਮੈਂ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਸਮਝ ਕੇ ਸੁਗੰਧ ਖਾਧੀ ਹੈ ਕਿ ਮੈਂ ਕਿਸੇ ਨੂੰ ਪਤੀ ਨਹੀਂ ਮੰਨਾਂਗੀ। ਮੈਨੂੰ ਪਵਿੱਤਰ ਰਹਿਣ ਦਿਓ। ਮੈਨੂੰ ਆਪਣੀ ਭੈਣ ਸਮਝੋ। ਤੁਸਾਂ ਨੂੰ ਇਸਤਰੀਆਂ ਦਾ ਘਾਟਾ ਨਹੀਂ। ਮੇਰੇ ਵਰਗੀਆਂ ਹਜ਼ਾਰਾਂ ਮਿਲ ਸਕਦੀਆਂ ਹਨ। ਮੇਰੇ ਤੇ ਦਇਆ ਕਰੋ। ਆਖਰ ਧਰਮ ਵੀ ਕੋਈ ਚੀਜ਼ ਹੈ। ਸਦਾ ਵਾਹਿਗੁਰੂ ਕੋਲੋਂ ਡਰਨਾ ਚਾਹੀਦਾ ਹੈ। ਧੱਕਾ ਕਰਨਾ ਯੋਗ ਨਹੀਂ। ਇਹ ਠੀਕ ਹੈ, ਮੈਂ ਇੱਕ ਇਸਤਰੀ ਹਾਂ, ਨਿਰਬਲ ਇਸਤਰੀ। ਦੁਨੀਆ ਨਾ ਦੇਖੇਗੀ, ਪਰ ਵਾਹਿਗੁਰੂ ਤਾਂ ਦੇਖਦਾ ਹੈ। ਬੁਰੇ ਕੰਮਾਂ ਦਾ ਬੁਰਾ ਫਲ ਜ਼ਰੂਰ ਦਿੰਦਾ ਹੈ। ਉਸ ਕੋਲੋਂ ਕੋਈ ਪਾਪੀ ਨਹੀਂ ਬਚਿਆ। ਨਵਾਬ ਸਮੁੰਦ ਖਾਨ ਨੇ ਕਿਹਾ, ਮੈਨੂੰ ਸਿੱਖਿਆ ਦੇਣ ਦੀ ਲੋੜ ਨਹੀਂ। ਤੇਰੀ ਜਵਾਨੀ ਤੇ ਸੁੰਦਰਤਾ ਮੇਰੇ ਲੂ ਲੂ ਵਿੱਚ ਰਚ ਗਈ ਹੈ। ਮੈਂ ਅੱਜ ਕਿਸੇ ਕੀਮਤ ਉੱਤੇ ਵੀ ਤੈਨੂੰ ਖਿਮਾ ਨਹੀਂ ਕਰ ਸਕਦਾ। ਜਾਂ ਤਾਂ ਆਪੇ ਮੰਨ ਜਾ, ਜਾਂ ਪਿਆਰ ਨਾਲ ਸੇਜ ਉੱਤੇ ਮੇਰੇ ਕੋਲ ਚੱਲ, ਨਹੀਂ ਤੇ ਮੈਂ ਧੱਕਾ ਕਰਾਂਗਾ। ਭਾਵੇਂ ਧੱਕਾ ਕਰਨ ਉੱਤੇ ਦਿਲ ਨਹੀਂ ਮੰਨਦਾ। ਬੀਬੀ ਬਸੰਤ ਲਤਾ ਨੇ ਕਿਹਾ, ਮੇਰੇ ਜਿਉਂਦੇ ਜੀ ਮੇਰੇ ਨਾਲ ਕੋਈ ਧੱਕਾ ਨਹੀਂ ਕਰ ਸਕਦਾ। ਮੇਰਾ ਸਤਿਗੁਰੂ ਮੇਰੇ ਧਰਮ ਦਾ ਰਾਖਾ ਹੈ। ਅਕਾਲ ਪੁਰਖ ਮੇਰੇ ਜਿਹੀਆਂ ਅਬਲਾਵਾਂ ਦੀ ਬੇਨਤੀ ਜ਼ਰੂਰ ਸੁਣਦਾ ਹੈ। ਮੈਂ ਆਖਦੀ ਹਾਂ, ਮੈਨੂੰ ਹੱਥ ਲਾ ਕੇ ਆਪਣਾ ਸੱਤਿਆਨਾਸ ਨਾ ਕਰ ਲਵੀਂ। ਮੇਰੀ ਪਵਿੱਤਰਤਾ ਸੱਚੀ ਹੈ ਤਾਂ ਕੋਈ ਆਦਮੀ ਮੇਰੇ ਤਨ ਨੂੰ ਹੱਥ ਨਹੀਂ ਲਾ ਸਕਦਾ। ਵਾਸ਼ਨਾ ਕਾਮ ਦੀ ਵਾਸ਼ਨਾ ਮਰਦ ਨੂੰ ਅੰਨਾ ਬੋਲਾ ਤੇ ਪਾਗਲ ਬਣਾ ਦਿੰਦੀ ਹੈ। ਮਰਦ ਮਰਨ ਤੇ ਤੁਲ ਜਾਂਦਾ ਹੈ। ਸਮੁੰਦ ਖਾਨ ਨੂੰ ਕਾਮ ਦੇ ਯੋਸ਼ ਨੇ ਪਾਗਲ ਕਰ ਦਿੱਤਾ। ਉਹ ਪਵਿੱਤਰ ਤਨ ਬਸੰਤ ਲਤਾ ਨੂੰ ਜੱਫੀ ਵਿੱਚ ਘੁੱਟ ਲੈਣ ਵਾਸਤੇ ਤਿਆਰ ਹੋਇਆ। ਉਸਨੇ ਕੜਕ ਕੇ ਆਖਿਆ, ਬਸੰਤ ਲਤਾ, ਨਦਾਨ ਨਾ ਬਣ। ਮਰਦ ਦੇ ਸਾਹਮਣੇ ਇਸਤਰੀ ਦੀ ਕੋਈ ਸ਼ਕਤੀ ਨਹੀਂ। ਮੈਂ ਮੁਗਲ ਦਾ ਪੁੱਤਰ ਹਾਂ। ਆ ਮੇਰੇ ਬਲ ਨੂੰ ਸਮਝ। ਮੇਰੀ ਜਹੀ ਬਾਹੀਂ ਵਿੱਚ ਘੁੱਟ ਕੇ ਮਾਰ ਸਕਦਾ ਹਾਂ। ਆ ਗੱਲ ਦਾ ਹਾਰ ਬਣ। ਬਸੰਤ ਲਤਾ ਉੱਚੀ ਆਵਾਜ਼ ਵਿੱਚ ਬੋਲੀ, ਮੇਰਾ ਸਤਿਗੁਰੂ ਮੇਰੀ ਸਹਾਇਤਾ ਕਰੇਗਾ। ਸਮੁੰਦ ਖਾਨ ਨੇ ਕਿਹਾ, ਤੇਰਾ ਸਤਿਗੁਰੂ ਆਪਣੀ ਰੱਖਿਆ ਨਹੀਂ ਕਰ ਸਕਿਆ, ਉਹ ਤੇਰੀ ਸਹਾਇਤਾ ਕੀ ਕਰ ਸਕਦਾ ਹੈ। ਉਸੇ ਸਮੇਂ ਪਰਮਾਤਮਾ ਦੀ ਕਿਰਪਾ ਵਰਤੀ। ਬਸੰਤ ਲਤਾ ਨੇ ਕਿਹਾ, ਉਹ ਵੇਖੋ ਮੇਰੇ ਸਤਿਗੁਰੂ ਜੀ ਆ ਗਏ। ਧੰਨ ਧੰਨ ਮੇਰੇ ਸਤਿਗੁਰੂ
ਕਲਗੀਆਂ ਵਾਲੇ ਪਿਤਾ ਜੀ ਆ ਪਹੁੰਚੇ, ਮੈਂ ਬਲਿਹਾਰ ਜਾਵਾਂ, ਆ ਗਏ। ਬਸੰਤ ਲਤਾ ਨੇ ਬੰਦੀਖਾਨੇ ਦੀਆਂ ਪੌੜੀਆਂ ਵੱਲ ਇਸ਼ਾਰਾ ਕਰਕੇ ਆਖਿਆ। ਸਮੁੰਦਰ ਖਾਨ ਨੇ ਮੁੜ ਦੇਖਿਆ, ਹਨੇਰਾ ਹੀ ਹਨੇਰਾ ਸੀ। ਉਸ ਨੂੰ ਕੋਈ ਮਰਦ ਦਿਖਾਈ ਨਾ ਦਿੱਤਾ। ਉਹ ਹੱਸ ਕੇ ਆਖਣ ਲੱਗਾ, ਪਾਗਲ ਹੋ ਗਈ ਹੈ, ਕਿੱਥੇ ਹੈ ਤੇਰਾ ਗੁਰੂ? ਇੱਥੇ ਮੌਤ ਦੇ ਫਰਿਸ਼ਤੇ ਤੋਂ ਬਿਨਾਂ ਕੋਈ ਦਾਖਲ ਨਹੀਂ ਹੋ ਸਕਦਾ। ਇੱਥੇ ਤਾਂ ਹਵਾ ਵੀ ਨਹੀਂ ਆਉਂਦੀ, ਤੈਨੂੰ ਕਿਵੇਂ ਸ਼ੱਕ ਪੈ ਰਿਹਾ ਹੈ? ਪਰ ਬਸੰਤ ਲਤਾ ਹੱਥ ਜੋੜ ਕੇ ਆਖੀ ਗਈ, ਧੰਨ ਹੋ ਸਤਿਗੁਰੂ, ਮੈਂ ਬਲਿਹਾਰ ਜਾਂਦੀ ਹਾਂ। ਆਪਣੀ ਪਿਆਰੀ ਪੁੱਤਰੀ ਦੀ ਸਹਾਇਤਾ ਵਾਸਤੇ ਪੁੱਜ ਪਈ ਜੀ। ਇਸ ਪਾਪੀ ਨੂੰ ਬਹੁਤ ਸਮਝਾਇਆ, ਪਰ ਇਹ ਨਹੀਂ ਸਮਝਦਾ। ਇਹ ਆਪ ਦੀ ਸ਼ਕਤੀ ਅਕਾਲ ਪੁਰਖ ਦੀ ਸਹਾਇਤਾ ਨੂੰ ਮਖੌਲ ਕਰਦਾ ਹੈ। ਦਾਤਾ ਮਿਹਰ ਕਰੋ, ਬੰਦੀਖਾਨੇ ਵਿੱਚੋਂ ਕੱਢ ਕੇ ਲੈ ਚੱਲੋ। ਸਮੁੰਦਰ ਖਾਂ ਹੈਰਾਨ ਹੋਇਆ। ਉਹ ਅਨੁਭਵ ਕਰਨ ਲੱਗਾ ਕਿ ਸ਼ਾਇਦ ਭੈ ਕਰਨ ਨਾਲ ਬਸੰਤ ਲਤਾ ਸ਼ਦਾਈ ਹੋ ਰਹੀ ਹੈ। ਕੋਈ ਹੋਰ ਗੱਲ ਕਰਨ ਤੋਂ ਬਿਨਾਂ ਉਹ ਅੱਗੇ ਵਧਿਆ। ਉਸਨੇ ਆਪਣੀਆਂ ਬਾਹਾਂ ਫੈਲਾਈਆਂ ਬਸੰਤ ਲਤਾ ਨੂੰ ਜੱਫੀ ਵਿੱਚ ਘੁੱਟਣ ਵਾਸਤੇ, ਪਰ ਉਸ ਦੀਆਂ ਬਾਹਾਂ ਖੁੱਲੀਆਂ ਦੀ ਖੁੱਲੀਆਂ ਰਹੀਆਂ। ਉਹ ਮੁੜ ਕੇ ਇਕੱਠੀਆਂ ਨਾ ਹੋਈਆਂ, ਸਗੋਂ ਆਕੜ ਗਈਆਂ। ਉਸ ਦੇ ਪੈਰ ਧਰਤੀ ਨਾਲ ਜੁੜ ਗਏ। ਉਹ ਅੱਖਾਂ ਤੋਂ ਅੰਨਾ ਹੋ ਗਿਆ। ਉਸ ਦੇ ਸਰੀਰ ਦਾ ਲਹੂ ਜੰਮਣ ਲੱਗਾ। ਉਹ ਹੈਰਾਨ ਸੀ ਕਿ ਉਸ ਨੂੰ ਕੀ ਹੋ ਰਿਹਾ ਹੈ, ਕਿ ਸੱਚਮੁੱਚ ਕੋਈ ਰੱਬੀ ਸ਼ਕਤੀ ਬਸੰਤ ਲਤਾ ਦੀ ਸਹਾਇਤਾ ਕਰਨ ਵਾਸਤੇ ਆ ਗਈ ਹੈ। ਬਸੰਤ ਲਤਾ 2 ਕਦਮ ਪਿੱਛੇ ਹੋ ਗਈ। ਜੋ ਸਤਿਗੁਰੂ ਜੀ ਦੇ ਪ੍ਰਤੱਖ ਦਰਸ਼ਨ ਉਸ ਨੂੰ ਹੋ ਰਹੇ ਸਨ। ਕੁਝ ਸਮੇਂ ਬਾਅਦ ਉਹ ਅਲੋਪ ਹੋ ਗਏ, ਪਰ ਉਸ ਨੂੰ ਹੌਸਲਾ ਹੋ ਗਿਆ। ਉਹ ਗੁਰੂ ਜੀ ਦਾ ਯਸ਼ ਕਰੀ ਗਈ। ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੀ ਰਹੀ। ਇਹ ਜਾਪ ਸਮੁੰਦਰ ਖਾਨ ਨੂੰ ਸੁਣਾਈ ਦਿੰਦਾ ਸੀ, ਪਰ ਉਸ ਨੂੰ ਦਿਸਦਾ ਕੁਝ ਨਹੀਂ ਸੀ। ਉਸ ਦੀਆਂ ਬਾਹਾਂ ਆਕੜੀਆਂ ਹੋਈਆਂ ਸਨ, ਉਹ ਇਕੱਠੀਆਂ ਨਹੀਂ ਸੀ ਹੁੰਦੀਆਂ। ਉਹਦੇ ਪੈਰ ਧਰਤੀ ਨਾਲ ਜੁੜੇ ਹੋਏ ਸੀ, ਉਹ ਹਿਲਦੇ ਨਹੀਂ ਸੀ। ਉਸ ਦਾ ਦਿਲ ਧੜਕਣੋਂ ਹਟ ਗਿਆ। ਉਸ ਦੀ ਕਾਮ ਵਾਸ਼ਨਾ ਖਤਮ ਹੋ ਗਈ ਸੀ। ਉਹ ਇੱਕ ਅਹਿਲ ਮਾਸ ਦੀ ਮੂਰਤੀ ਸੀ। ਸ਼ੁਕਰ ਸੀ ਕਿ ਉਸ ਦੀ ਜ਼ੁਬਾਨ ਤੇ ਉਹਦੇ ਕੰਮ ਕਰਦੇ ਸਨ। ਆਪਣੀ ਇਹ ਮੰਦੀ ਹਾਲਤ ਦੇਖ ਕੇ ਉਹ ਡਰ ਗਿਆ। ਉਸ ਨੂੰ ਕਈ ਭਿਆਨਕ ਸੂਰਤਾਂ ਡਰਾਉਣ ਲੱਗੀਆਂ। ਆਪਣਾ ਰਾਜ, ਬੇਗਮਾਂ ਤੇ ਧੀਆਂ ਪੁੱਤਰ ਯਾਦ ਆਉਣ ਲੱਗੇ। ਉਸਨੇ ਪ੍ਰਤੀਤ ਕਰ ਲਿਆ ਕਿ ਉਹ ਹੁਣ ਜਿਉਂਦਾ ਨਹੀਂ ਰਹਿ ਸਕਦਾ। ਸੱਚਮੁੱਚ ਕੋਈ ਰੱਬੀ ਸ਼ਕਤੀ ਹੈ। ਉਹ ਡੱਡੋ ਲੀਕਾ ਹੋ ਕੇ ਬੋਲਿਆ, ਦੇਵੀ ਬਸੰਤ ਲਤਾ, ਮੈਨੂੰ ਖਿਮਾ ਕਰ, ਮੇਰੇ ਪਾਪਾਂ ਨੂੰ ਬਖਸ਼। ਭੈਣ ਬਸੰਤ ਲਤਾ, ਮੈਨੂੰ ਮਾਫ ਕਰ। ਮੇਰੀ ਖਾਤਰ ਆਪਣੇ ਸਤਿਗੁਰੂ ਅੱਗੇ ਅਰਦਾਸ ਕਰ, ਉਹ ਮੇਰੀਆਂ ਭੁੱਲਾਂ ਨੂੰ ਬਖਸ਼ਣ। ਮੇਰੀ ਚੰਦਰੀ ਜ਼ੁਬਾਨ ਵਿੱਚੋਂ ਜੋ ਉਹਨਾਂ ਦੀ ਸ਼ਾਨ ਵਿੱਚ ਮੰਦੇ ਸ਼ਬਦ ਨਿਕਲੇ ਹਨ, ਉਹ ਖਿਮਾ ਕਰਨ। ਮੈਂ ਮਹਾਪਾਪੀ ਹਾਂ, ਮੈਨੂੰ ਬਖਸ਼ਣ। ਮੇਰੀਆਂ ਅੱਖਾਂ ਖੁੱਲ੍ਹਣ, ਮੇਰੇ ਹੱਥ ਠੀਕ ਹੋ ਜਾਣ। ਤੈਨੂੰ ਭੈਣ ਸਮਝਦਾ ਹਾਂ। ਮੈਂ ਖੁਦ ਨੂੰ ਹਾਜ਼ਰ ਨਾਜ਼ਰ ਸਮਝ ਕੇ ਕਸਮ ਖਾਂਦਾ ਹਾਂ ਕਿ ਭੈਣ ਬਸੰਤ ਲਤਾ ਨੂੰ ਗੁਰੂ ਜੀ ਦੇ ਪਰਿਵਾਰ ਕੋਲ ਭੇਜ ਦਿਆਂਗਾ। ਇਸ ਦਾ ਕਦੀ ਨਿਰਾਦਰ ਨਹੀਂ ਕਰਾਂਗਾ। ਜਿਉਂ ਹੀ ਸਮੁੰਦਰ ਖਾਨ ਨੇ ਇਹ ਸੁਗੰਧ ਖਾਧੀ, ਤਿਉਂ ਹੀ ਉਸ ਦੀਆਂ ਅੱਖਾਂ ਖੁੱਲ੍ਹ ਗਈਆਂ। ਉਸ ਦੇ ਹੱਥ ਮੁੜ ਪਏ ਤੇ ਲੱਤਾਂ ਵਿੱਚ ਲਹੂ ਉਤਰ ਆਇਆ। ਬਸੰਤ ਲਤਾ ਵਾਹਿਗੁਰੂ ਸਿਮਰਨ ਕਰੀ ਜਾ ਰਹੀ ਸੀ। ਸਮੁੰਦਰ ਖਾਨ ਛੇਤੀ ਨਾਲ ਅੱਗੇ ਹੋਇਆ। ਦੋਵੇਂ ਹੱਥ ਜੋੜ ਕੇ ਉਸਨੇ ਬਸੰਤ ਲਤਾ ਨੂੰ ਪ੍ਰਣਾਮ ਕੀਤਾ ਤੇ ਆਪਣੀ ਗਲਤੀ ਦੀ ਮਾਫੀ ਮੰਗੀ ਤੇ ਆਖਿਆ, ਆ ਭੈਣ, ਮੇਰੇ ਨਾਲ ਆ, ਖੁਦਾ ਤੇਰਾ ਭਲਾ ਕਰੇ। ਮੈਨੂੰ ਮੂਰਖ ਨੂੰ ਖੁਦਾ ਨੇ ਪਾਪ ਕਰਨ ਤੋਂ ਬਚਾ ਲਿਆ ਹੈ। ਉਸ ਤੋਂ ਬਾਅਦ ਬਸੰਤ ਲਤਾ ਨੂੰ ਭੈਣ ਬਣਾ ਕੇ ਸਮੁੰਦਰ ਖਾਨ ਬੰਦੀਖਾਨੇ ਵਿੱਚੋਂ ਕੱਢ ਕੇ ਆਪਣੇ ਮਹਿਲ ਵਿੱਚ ਲੈ ਗਿਆ। ਬੇਗਮ ਨੂੰ ਆ ਕੇ ਉਸ ਦਾ ਬੜਾ ਸਤਿਕਾਰ ਕਰਵਾਇਆ, ਨਾਲ ਹੀ ਉਸ ਦੀ ਪਵਿੱਤਰਤਾ ਦੀ ਸਾਖੀ ਸੁਣਾਈ। ਉਹ ਸੁਣ ਕੇ ਬਹੁਤ ਹੈਰਾਨ ਹੋਈ। ਚੰਦੂ ਪ੍ਰਭਾ ਸੱਚਮੁੱਚ ਹਿੰਦਨੀ ਨਵਾਬ ਕੋਲ ਨੌਕਰ ਸੀ। ਉਹ ਰੋਟੀ ਪਕਾ ਕੇ ਬਸੰਤ ਲਤਾ ਨੂੰ ਖਵਾਉਣ ਲੱਗੀ। ਸਮੁੰਦਰ ਖਾਨ ਨੇ ਤੀਸਰੇ ਦਿਨ ਬਸੰਤ ਲਤਾ ਨੂੰ ਆਖਿਆ, ਭੈਣ ਮਾਫ ਕਰਨਾ, ਮੈਂ ਸਤਿਗੁਰੂ ਤੇ ਗੁਰੂ ਜੀ ਦੇ ਪਰਿਵਾਰ ਦਾ ਪਤਾ ਕੀਤਾ ਹੈ। ਗੁਰੂ ਜੀ ਦੇ 2 ਵੱਡੇ ਬੇਟੇ ਚਮਕੌਰ ਦੀ ਲੜਾਈ ਵਿੱਚ ਸ਼ਹੀਦ ਹੋ ਗਏ ਹਨ। ਗੁਰੂ ਜੀ ਅੱਗੇ ਨਿਕਲ ਗਏ ਨੇ। ਸਾਰਾ ਪਰਿਵਾਰ ਖਿੱਲਰ ਗਿਆ ਹੈ। ਅਜੇ ਬਾਹਰ ਰੌਲਾ ਬਹੁਤ ਹੈ। ਥੋੜ੍ਹੇ ਦਿਨਾਂ ਵਿੱਚ ਅਮਨ ਹੋ ਜਾਵੇਗਾ ਤਾਂ ਤੈਨੂੰ ਭੇਜ ਦਿੱਤਾ ਜਾਵੇਗਾ। ਅਜੇ ਸਮਾਂ ਚੰਗਾ ਨਹੀਂ। ਇੱਥੇ ਸੁੱਖ ਤੇ ਸ਼ਾਂਤੀ ਨਾਲ ਰਹੋ।
ਬਸੰਤ ਲਤਾ ਨੇ ਉੱਤਰ ਦਿੱਤਾ, ਜਿਵੇਂ ਆਪ ਦੀ ਮਰਜ਼ੀ ਵੀਰ ਜੀ। ਸਮੁੱਧ ਖਾਨ ਦੀ ਭੈਣ ਬਣ ਕੇ ਰਹਿੰਦਿਆਂ ਹੋਇਆਂ ਬਸੰਤ ਲਤਾ ਨੂੰ ਚੋਖੇ ਦਿਨ ਹੋ ਗਏ। ਉਹ ਸਾਰਾ ਦਿਨ ਭਗਤੀ ਕਰਦੀ ਰਹਿੰਦੀ। ਸਮੁੱਧ ਖਾਨ ਦੀਆਂ ਬੇਗਮਾਂ ਦਾਸੀਆਂ ਉਸ ਦੀ ਪੂਜਾ ਕਰਦੀਆਂ ਰਹਿੰਦੀਆਂ। ਕੁਝ ਸਮੇਂ ਬਾਅਦ ਸਮੁੱਧ ਖਾਨ ਨੇ ਆਪਣੇ ਬਚਨ ਅਨੁਸਾਰ ਬਸੰਤ ਲਤਾ ਨੂੰ ਤੋਰਿਆ 6 ਘੋੜਸਵਾਰ ਨਾਲ ਦਿੱਤੇ। ਚੰਦ ਪ੍ਰਭਾ ਨੂੰ ਨਾਲ ਤੋਰਿਆ ਤੇ ਪਾਲਕੀ ਵਿੱਚ ਬਿਠਾ ਕੇ ਭੈਣ ਨੂੰ ਵਿਦਾ ਕੀਤਾ। 15 ਦਿਨਾਂ ਦੀ ਮੰਜ਼ਲ ਕਰਕੇ ਬਸੰਤ ਲਤਾ ਗੁਰੂ ਜੀ ਦੇ ਮਹਿਲਾਂ ਮਾਤਾ ਸਾਹਿਬ ਕੌਰ ਤੇ ਮਾਤਾ ਸੁੰਦਰੀ ਜੀ ਨੂੰ ਦੀਨੇ ਦੇ ਮੁਕਾਮ ਉੱਤੇ ਆ ਮਿਲੀ। ਮਾਤਾ ਜੀ ਨੂੰ ਮਿਲ ਕੇ ਬਸੰਤ ਲਤਾ ਬਹੁਤ ਖੁਸ਼ ਹੋਈ। ਆਪਣੇ ਵਿਛੜਨ ਤੇ ਧਰਮ ਦੀ ਬਚਨ ਦੀ ਸਾਰੀ ਕਥਾ ਉਸਨੇ ਮਾਤਾ ਜੀ ਨੂੰ ਸੁਣਾ ਦਿੱਤੀ। ਸੋ ਸਾਧ ਸੰਗਤ ਜੀ, ਜੋ ਦੇਵੀਆਂ ਧਰਮ ਵਿੱਚ ਪੱਕੀਆਂ ਹਨ, ਅਕਾਲ ਪੁਰਖ ਉਹਨਾਂ ਦੀ ਸਹਾਇਤਾ ਕਰਦਾ ਹੈ। ਜੇਕਰ ਤੁਹਾਨੂੰ ਇਹ ਸਾਖੀ ਪਸੰਦ ਆਈ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ, ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਅਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖੋ।